हेलो डियर स्टूडेंट्स, हाउ आर यू। ਅੱਜ ਅਸੀਂ ਟੌਪਿਕ ਕਰ ਰਹੇ ਹਾਂ ਰਿਫਰੈਕਸ਼ਨ ਐਟ ਸਫੈਰੀਕਲ ਰਿਫਰੈਕਟਿੰਗ ਸਰਫੇਸਿਸ। ਦੇਖੋ ਅਜੇ ਤੱਕ ਜੋ ਅਸੀਂ ਰਿਫਰੈਕਸ਼ਨ ਸਟੱਡੀ ਕੀਤੀ ਹੈ ਉਹ ਪਲੇਨ ਇੰਟਰਫੇਸ ਤੋਂ ਸਟੱਡੀ ਕੀਤੀ ਹੈ। ਜੋ ਬਾਉਂਡਰੀ ਸੀ ਉਹ ਪਲੇਨ ਬਾਉਂਡਰੀ ਸੀ। ਹੁਣ ਅਸੀਂ ਸਫੈਰੀਕਲ ਰਿਫਰੈਕਟਿੰਗ ਸਰਫੇਸ ਅਸਿਊਮ ਕਰ ਰਹੇ ਹਾਂ। ਦੇਖੋ ਇਹ ਜੋ ਸਫੈਰੀਕਲ ਰਿਫਰੈਕਟਿੰਗ ਸਰਫੇਸ ਹੈ ਸਫੀਅਰ ਦਾ ਇੱਕ ਪਾਰਟ ਹੈ। ਸਪੋਜ਼ ਕਰੋ ਕਿ ਜਿਸ ਤਰ੍ਹਾਂ ਇਹ ਸਰਫੇਸ ਹੈ, ਮਤਲਬ ਇਹ ਸਾਰਾ ਡੈਂਸਰ ਮੀਡੀਅਮ ਹੈ। ਇਸ ਦੇ ਸੈਂਟਰ 'ਚੋਂ ਅਸੀਂ ਇੱਕ ਐਕਸਿਸ ਪਾਸ ਕਰਦੇ ਹਾਂ। इस एक्सिस ਨੂੰ ਅਸੀਂ ਪ੍ਰਿੰਸੀਪਲ ਐਕਸਿਸ ਕਹਿੰਦੇ ਆ। ਜੋ ਬਾਹਰ ਵਾਲਾ ਮੀਡੀਅਮ ਹੈ ਉਹ ਰੇਅਰਡ ਮੀਡੀਅਮ ਹੈ। ਅਸੀਂ ਅਸਿਊਮ ਕਰ ਲੈਂਦੇ ਹਾਂ ਕਿ ਇਹ 에ਅਰ ਹੈ, ਠੀਕ ਹੈ। ਇਸ ਦਾ ਰਿਫਰੈਕਟਿਵ ਇੰਡੈਕਸ N1। ਜੋ ਇੱਧਰਲੀ ਸਾਈਡ ਵਾਲਾ ਮੀਡੀਅਮ ਹੈ, ਜਿਸ ਤਰ੍ਹਾਂ ਕਿ ਸਫੈਰੀਕਲ ਸਰਫੇਸ ਇੰਟਰਫੇਸ ਹੈ, ਤਾਂ ਇਸ ਦੇ ਰਾਈਟ ਸਾਈਡ 'ਤੇ ਜੋ ਮੀਡੀਅਮ ਹੈ ਉਹ ਡੈਂਸਰ ਮੀਡੀਅਮ ਹੈ, ਜਿਸ ਦਾ ਰਿਫਰੈਕਟਿਵ ਇੰਡੈਕਸ N2 ਹੈ, ਠੀਕ ਹੈ। ਤਾਂ ਉਸੇ ਤਰ੍ਹਾਂ ਹੀ ਇਹ ਇੱਕ ਸਫੈਰੀਕਲ ਸਰਫੇਸ ਹੈ ਅਤੇ ਇਸ ਦਾ ਜਿੱਥੇ ਜੋ ਇਸ ਸਫੀਅਰ ਦਾ ਸੈਂਟਰ ਹੋਏਗਾ ਤਾਂ ਉਸਨੂੰ ਅਸੀਂ C ਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ, ਸੈਂਟਰ ਆਫ ਕਰਵੇਚਰ। ਅਤੇ ਇਹ ਜੋ ਪੁਆਇੰਟ ਹੈ ਜੋ ਸਫੈਰੀਕਲ ਰਿਫਰੈਕਟਿੰਗ ਸਰਫੇਸ ਦਾ ਸੈਂਟਰ ਹੈ, ਇਸ ਨੂੰ ਅਸੀਂ ਕਹਿੰਦੇ ਹਾਂ ਪੋਲ। ਬਿਲਕੁਲ ਆਈਡੈਂਟੀਕਲ ਜਿਸ ਤਰ੍ਹਾਂ ਮਿਰਰ ਦੇ ਵਿੱਚ ਗੱਲ ਕੀਤੀ ਸੀ। ਅਤੇ ਜੋ P ਤੋਂ ਲੈ ਕੇ C ਦਾ ਡਿਸਟੈਂਸ ਹੈ ਉਸਨੂੰ ਅਸੀਂ ਕਹਿੰਦੇ ਹਾਂ ਰੇਡੀਅਸ ਆਫ ਕਰਵੇਚਰ। ਤਾਂ ਜੋ P ਤੋਂ ਲੈ ਕੇ C ਦਾ ਡਿਸਟੈਂਸ ਹੈ ਦੈਟ ਇਜ਼ R। ਹੁਣ ਇਹ ਜੋ ਸਫੈਰੀਕਲ ਰਿਫਰੈਕਟਿੰਗ ਸਰਫੇਸ ਹੈ, ਇਸ ਦੀਆਂ ਵੀ ਦੋ ਸ਼ੇਪਸ ਹੋ ਸਕਦੀਆਂ। ਜੇ ਇਹ ਇਸ ਤਰ੍ਹਾਂ ਦੀ ਸਰਫੇਸ ਹੈ ਜਿਸ ਤਰ੍ਹਾਂ ਤੁਹਾਨੂੰ ਮਿਰਰ ਦੇ ਵਿੱਚ ਯਾਦ ਹੋਏਗਾ, ਤਾਂ ਜੋ ਇਸ ਸ਼ੇਪ ਨੂੰ ਅਸੀਂ ਕੀ ਕਹਿੰਦੇ ਸੀ, ਇਸ ਸ਼ੇਪ ਨੂੰ ਅਸੀਂ ਕਹਿੰਦੇ ਸੀ ਕਨਵੈਕਸ। ਤਾਂ ਇਹ ਕਨਵੈਕਸ ਸਫੈਰੀਕਲ ਰਿਫਰੈਕਟਿੰਗ ਸਰਫੇਸ ਹੈ ਜੋ ਅਸੀਂ ਇਹ ਡਾਇਗਰਾਮ ਡਰਾ ਕੀਤੀ ਹੈ, ਠੀਕ ਹੈ। ਇਸੇ ਤਰੀਕੇ ਨਾਲ ਅਸੀਂ ਕਨਕੇਵ ਸਫੈਰੀਕਲ ਰਿਫਰੈਕਟਿੰਗ ਸਰਫੇਸ ਡਰਾ ਕਰ ਸਕਦੇ ਹਾਂ। ਦੇਖੋ ਇਹ ਕਨਕੇਵ ਸ਼ੇਪ ਹੈ, ਤਾਂ ਇਸ ਦੇ ਸੈਂਟਰ 'ਚ ਜੋ ਐਕਸਿਸ ਪਾਸ ਕਰ ਰਹੀ ਹੈ ਇਹ ਪ੍ਰਿੰਸੀਪਲ ਐਕਸਿਸ ਹੈ, ਪੋਲ। ਤਾਂ ਹੁਣ ਇਹ ਸਫੈਰੀਕਲ ਸਰਫੇਸ ਦੇਖੋ ਜੀ, ਤਾਂ ਤੁਹਾਨੂੰ ਪਤਾ ਲੱਗ ਜਾਏਗਾ ਸੈਂਟਰ ਆਫ ਕਰਵੇਚਰ ਕਿੱਥੇ ਹੋਏਗਾ ਇਸ ਦਾ। ਤਾਂ ਸੈਂਟਰ ਆਫ ਕਰਵੇਚਰ ਇਸ ਸਾਈਡ 'ਤੇ ਹੋਏਗਾ, ਠੀਕ ਹੈ। ਇਹ ਰੇਡੀਅਸ ਆਫ ਕਰਵੇਚਰ ਹੋਏਗਾ। ਇਸੇ ਤਰੀਕੇ ਨਾਲ ਅਸੀਂ ਇਹ ਕਹਿ ਸਕਦੇ ਹਾਂ ਕਿ ਜੋ ਇਹ ਵਾਲਾ ਮੀਡੀਅਮ ਹੈ ਰੇਅਰਡ ਮੀਡੀਅਮ ਹੈ, ਜੋ ਇਹ ਮੀਡੀਅਮ ਹੈ ਬਾਉਂਡ ਕਰ ਰਹੇ ਹਾਂ ਅਸੀਂ ਉਹ ਡੈਂਸਰ ਮੀਡੀਅਮ ਹੈ। ਹੁਣ ਇਹਨਾਂ ਸਰਫੇਸਿਸ ਨੂੰ ਅਸੀਂ ਕਿਉਂ ਡਿਸਕਸ ਕਰ ਰਹੇ ਹਾਂ ਜੀ, ਦੇਖੋ ਕਿਉਂਕਿ ਅਸੀਂ ਲੈਂਸ ਨੂੰ ਡਿਸਕਸ ਕਰਨਾ ਚਾਹੁੰਦੇ ਹਾਂ। ਇਸ ਤੋਂ ਬਾਅਦ 'ਚ ਲੈਂਸ ਤੁਹਾਨੂੰ ਪਤਾ ਹੈ ਜੀ ਕਿ ਲੈਂਸ ਕੀ ਹੁੰਦਾ ਹੈ, ਕਿ ਲੈਂਸ ਦੋ ਕਰਵਡ ਸਰਫੇਸਿਸ ਨਾਲ ਬਾਉਂਡ ਕੀਤਾ ਹੋਇਆ ਇੱਕ ਟਰਾਂਸਪੇਰੈਂਟ ਮੀਡੀਅਮ ਹੈ। ਤੁਸੀਂ ਸਪੈਕਸ ਦੇ ਲੈਂਸ ਦੇਖੇ ਹੋਣਗੇ, ਤਾਂ ਜੇ ਅਸੀਂ ਲੈਂਸ ਨੂੰ ਹੱਥ ਦੇ ਵਿੱਚ ਪਕੜੀਏ ਤਾਂ ਉਹਨੇ ਦੋਨੇ ਸਾਈਡ ਦੇ 에ਅਰ ਹੈ, ਠੀਕ ਹੈ। ਸੈਂਟਰ ਦੇ ਵਿੱਚ ਇੱਕ ਡੈਂਸਰ ਮੀਡੀਅਮ ਹੈ ਜਿਸ ਤਰ੍ਹਾਂ ਗਲਾਸ ਹੈ। ਤਾਂ ਇੱਕ ਕਨਕੇਵ ਸਫੈਰੀਕਲ ਰਿਫਰੈਕਟਿੰਗ ਸਰਫੇਸ ਹੈ। ਤਾਂ ਉਸੇ ਤਰੀਕੇ ਦੇ ਨਾਲ ਹੀ ਅਸੀਂ ਡਿਫਾਈਨ ਕਰ ਚੁੱਕੇ ਹਾਂ ਕਿ ਪੋਲ ਜੋ ਕਿ ਸੈਂਟਰ ਆਫ ਰਿਫਰੈਕਟਿੰਗ ਸਰਫੇਸ ਹੈ, ਠੀਕ ਹੈ। ਸੈਂਟਰ ਆਫ ਕਰਵੇਚਰ ਜੋ ਕਿ ਸਫੈਰੀਕਲ ਰਿਫਰੈਕਟਿੰਗ ਸਰਫੇਸ ਦਾ ਸੈਂਟਰ ਹੈ, ਜਿਸ ਸਫੀਅਰ ਦਾ ਇਹ ਇੱਕ ਪਾਰਟ ਹੈ। ਰੇਡੀਅਸ ਆਫ ਕਰਵੇਚਰ ਇਟ ਇਜ਼ ਦ ਡਿਸਟੈਂਸ ਬਿਟਵੀਨ ਪੋਲ ਐਂਡ ਸੈਂਟਰ ਆਫ ਕਰਵੇਚਰ। ਅਪਰਚਰ ਜੋ ਇਸ ਸਫੈਰੀਕਲ ਸਰਫੇਸ ਦਾ ਸਾਈਜ਼ ਹੈ, ਮਤਲਬ ਜੋ ਇਸ ਦਾ ਡਾਇਆਮੀਟਰ ਹੈ, ਉਸ ਨੂੰ ਅਸੀਂ ਅਪਰਚਰ ਕਹਿੰਦੇ ਹਾਂ, ਠੀਕ ਹੈ। ਸਾਈਨ ਕਨਵੈਨਸ਼ਨਸ ਬਿਲਕੁਲ ਸੇਮ ਹੈ ਕਿ ਸਾਈਨ ਕਨਵੈਨਸ਼ਨਸ ਜਿਸ ਤਰ੍ਹਾਂ ਅਸੀਂ ਪਹਿਲਾਂ ਡਿਸਕਸ ਕੀਤੀਆਂ ਸੀ ਕਿ ਆਲ ਦਾ ਡਿਸਟੈਂਸਿਸ ਆਰ ਮੈਜ਼ਰਡ ਫਰੋਮ ਪੋਲ, ਕਿ ਅਸੀਂ ਪੋਲ ਤੋਂ ਡਿਸਟੈਂਸ ਮੈਜ਼ਰ ਕਰਾਂਗੇ, ਠੀਕ ਹੈ। ਅਤੇ ਦੂਸਰਾ distances measured in the direction of incidence of light are taken as positive and in opposite to that are taken as negative, ठीक है। तो distances measured up from the principal axis are positive, down from the principal axis are negative। तो इस चीज़ ਨੂੰ थोड़ा ਜਿਹਾ ਈਜ਼ੀਲੀ ਸਮਝਣ ਲਈ ਅਸੀਂ ਇੱਥੇ ਅਸਿਊਮ ਕਰ ਰਹੇ ਹਾਂ ਕਿ ਜੋ ਅਪਰਚਰ ਹੈ ਇਸ ਦਾ ਸਫੈਰੀਕਲ ਰਿਫਰੈਕਟਿੰਗ ਸਰਫੇਸ ਦਾ ਉਹ ਸਮੋਲ ਹੈ। दूसरा ਅਸੀਂ ਅਸਿਊਮ ਕਰ ਰਹੇ ਹਾਂ ਕਿ ऑब्जेक्ट्स आर पॉइंट ऑब्जेक्ट लाइंग ऑन द प्रिंसिपल एक्सिस। तीसरा जी इंसीडेंट एंड रिफ्रैक्टेड रेज मेक स्मॉल एंगल विद द प्रिंसिपल एक्सिस, कि जो ਅਸੀਂ इंसीडेंट रे ਲੈਂਦੇ ਹਾਂ ਉਹ ਸਮੋਲ ਐਂਗਲ ਸਬਟੈਂਡ ਕਰ ਰਹੀਆਂ ਵਿਦ ਪ੍ਰਿੰਸੀਪਲ ਐਕਸਿਸ। ਸਪੋਜ਼ ਕਰੋ ਜੇ ਇੱਥੋਂ ਅਸੀਂ ਕੋਈ ਇੰਸੀਡੈਂਟ ਰੇ ਲੈਂਦੇ ਹਾਂ ਕਿ ਇੱਕ ਆਬਜੈਕਟ ਪਲੇਸ ਕਰਦੇ ਹਾਂ, ਉਸ ਤੋਂ ਇੰਸੀਡੈਂਟ ਰੇਜ ਆ ਰਹੀ ਹੈ। ਜਿਸ ਤਰ੍ਹਾਂ ਕਿ ਹਮੇਸ਼ਾ ਹੀ ਅਸੀਂ ਆਬਜੈਕਟ ਤੋਂ ਰੇਜ ਸਟਰਾਈਕ ਕਰਵਾਉਂਦੇ ਹਾਂ ਕਿਸੇ ਸਰਫੇਸ ਦੇ ਉੱਪਰ, ਤਾਂ ਉਹਨਾਂ ਦਾ ਜੋ ਪ੍ਰਿੰਸੀਪਲ ਐਕਸਿਸ ਦੇ ਨਾਲ ਐਂਗਲ ਹੈ ਉਹ ਸਮੋਲ ਹੋਏਗਾ, ਉਸ ਦੀ ਸਾਨੂੰ ਜ਼ਰੂਰਤ ਪਏਗੀ। ਦੇਖੋ ਅਸੀਂ ਨੈਕਸਟ ਟੌਪਿਕ ਡਿਸਕਸ ਕਰਦੇ ਹਾਂ ਤਾਂ ਤੁਹਾਨੂੰ ਸਾਰੀ ਗੱਲ ਕਲੀਅਰ ਹੋਏਗੀ। ਤਾਂ ਅਸੀਂ ਟੌਪਿਕ ਸਟੱਡੀ ਕਰਨ ਜਾ ਰਹੇ ਹਾਂ ਜੀ ਰਿਫਰੈਕਸ਼ਨ ਐਟ ਕਨਵੈਕਸ ਸਫੈਰੀਕਲ ਸਰਫੇਸ। ਤਾਂ ਜਿਸ ਤਰ੍ਹਾਂ ਅਸੀਂ ਕਨਵੈਕਸ ਸਫੈਰੀਕਲ ਸਰਫੇਸ ਡਰਾ ਕੀਤੀ ਸੀ ਤੇ ਆਬਜੈਕਟ ਨੂੰ ਪਲੇਸ ਕਰ ਰਹੇ ਹਾਂ ਇਨ ਦਾ ਰੇਅਰਡ ਮੀਡੀਅਮ, ਤਾਂ ਉਸਦੀ ਰੀਅਲ ਇਮੇਜ ਫਾਰਮ ਹੋ ਰਹੀ ਹੈ। ਅਸੀਂ ਰੀਅਲ ਅਤੇ ਵਰਚੁਅਲ ਇਮੇਜ ਦੋਨਾਂ ਲਈ ਕਰ ਸਕਦੇ ਹਾਂ, ਠੀਕ ਹੈ। ਤਾਂ ਅਸੀਂ ਰੀਅਲ ਇਮੇਜ ਲਈ ਕਰਦੇ ਹਾਂ। ਦੇਖੋ ਪਹਿਲਾਂ ਇਹ ਕਨਵੈਕਸ ਸਫੈਰੀਕਲ ਰਿਫਰੈਕਟਿੰਗ ਸਰਫੇਸ ਹੈ। ਇਹ ਸਾਰਾ ਮੀਡੀਅਮ ਜੋ ਹੈ ਇਹ ਡੈਂਸਰ ਮੀਡੀਅਮ ਹੈ। ਪੋਲ, ਸੈਂਟਰ ਆਫ ਕਰਵੇਚਰ, ਆਬਜੈਕਟ। ਤਾਂ ਅਸੀਂ ਆਬਜੈਕਟ ਪਲੇਸ ਕਰ ਰਹੇ ਹਾਂ ਪ੍ਰਿੰਸੀਪਲ ਐਕਸਿਸ ਦੇ ਉੱਪਰ। ਦੇਖੋ ਇਹਦੇ ਤੋਂ ਉਸੇ ਮੈਥਡ ਦੇ ਨਾਲ ਦੋ ਰੇਜ਼ ਅਸੀਂ ਸਟਰਾਈਕ ਕਰਾਂਗੇ। ਤਾਂ ਇੱਕ ਰੇ ਜਿਹੜੀ ਆ ਉਹ ਡਾਇਰੈਕਟ ਜਾ ਰਹੀ ਹੈ ਪੋਲ ਦੇ ਵਿੱਚੋਂ, ਇਹ ਪਰਪੈਂਡੀਕੂਲਰ ਹੀ ਸਟਰਾਈਕ ਕਰ ਰਹੀ, ਕਿਉਂਕਿ ਜੋ
ਸੈਂਟਰ ਆਫ ਕਰਵੇਚਰ ਨੂੰ ਲਾਈਨ ਜੁਆਇਨ ਕਰਦੀ ਹੈ ਪੀ ਦੇ ਨਾਲ, ਉਹ ਰੇਡੀਅਸ ਆਫ ਕਰਵੇਚਰ ਹੁੰਦੀ ਹੈ, ਤੇ ਰੇਡੀਅਸ ਹਮੇਸ਼ਾ ਹੀ ਸਫੈਰੀਕਲ ਸਰਫੇਸ ਦੇ ਪਰਪੈਂਡੀਕੂਲਰ ਹੁੰਦਾ ਹੈ। ਤਾਂ ਇਹ ਰੇ ਨੋਰਮਲ ਹੈ, ਤਾਂ ਇਹ ਸਟ੍ਰੇਟ ਪਾਸ ਕਰ ਜਾਏਗੀ, ਇਹ ਬੈਂਡ ਨਹੀਂ ਹੋਏਗੀ। ਦੂਸਰੀ ਰੇ ਨੂੰ ਅਸੀਂ ਕਿਸੇ ਵੀ ਪੁਆਇੰਟ ਦੇ ਉੱਪਰ ਸਟ੍ਰਾਈਕ ਕਰਵਾਉਂਦੇ ਹਾਂ ਤਾਂ ਇੱਥੇ ਪਹਿਲਾਂ ਸਾਨੂੰ ਨੋਰਮਲ ਡਰਾ ਕਰਨਾ ਪਏਗਾ, ਚੋਂ ਪਾਸ ਕਰ ਰਿਹਾ ਤਾਂ ਦਿਸ ਇਜ਼ ਨੋਰਮਲ, ਇਸ ਨੂੰ ਅਸੀਂ CN ਨਾਲ ਰਿਪਰਜੈਂਟ ਕਰਾਂਗੇ। ਤਾਂ ਇਹ ਰੇ ਐਕਚੁਅਲ ਦੇ ਵਿੱਚ ਜੇ ਮੀਡੀਅਮ ਚੇਂਜ ਨਾ ਹੁੰਦਾ ਤਾਂ ਇਸ ਡਾਇਰੈਕਸ਼ਨ ਦੇ ਵਿੱਚ ਜਾਣੀ ਚਾਹੀਦੀ ਸੀ, ਸਟ੍ਰੇਟ, ਠੀਕ ਹੈ। ਬਟ ਇਹ ਰੇ ਟੂ ਡੈਂਸਰ ਮੀਡੀਅਮ ਜਾ ਰਹੀ ਹੈ ਤੇ ਟੂਵਰਡਸ ਦਾ ਨੋਰਮਲ ਬੈਂਡ ਹੋ ਜਾਏਗੀ। ਤਾਂ ਜਿਸ ਜਗ੍ਹਾ ਤੇ ਜਾ ਕੇ ਇਹ ਦੋਨੋਂ ਰੇਜ਼ ਮੀਟ ਕਰਨਗੀਆਂ ਉਸ ਜਗ੍ਹਾ ਤੇ ਇਮੇਜ ਫਾਰਮ ਹੋਏਗੀ। ਇੱਥੇ ਕੁਝ ਮੈਥਮੈਟੀਕਲ ਕੈਲਕੂਲੇਸ਼ਨਸ ਲਈ ਅਸੀਂ ਇਹਨਾਂ ਰੇਜ਼ ਦੇ ਐਂਗਲਸ ਅਜ਼ਿਊਮ ਕਰ ਰਹੇ ਹਾਂ। ਆਬਜੈਕਟ ਦਾ ਅਸੀਂ ਹਮੇਸ਼ਾ ਅਲਫਾ ਨਾਲ ਰਿਪਰਜੈਂਟ ਕਰਾਂਗੇ, ਇਮੇਜ ਦਾ ਬੀਟਾ ਨਾਲ, ਤੇ ਜੋ ਨਾਰਮਲ ਦਾ ਪ੍ਰਿੰਸੀਪਲ ਐਕਸਿਸ ਦੇ ਨਾਲ ਗਾਮਾ। ਇਹੀ ਅਸੀਂ ਐਂਗਲਸ ਦੀ ਗੱਲ ਕਰ ਰਹੇ ਸੀ ਕਿ ਸਮਾਲ ਐਂਗਲਸ ਹੈ, ਠੀਕ ਹੈ। ਤੇ ਇੱਥੋਂ ਇੱਕ ਪਰਪੈਂਡੀਕੂਲਰ ਡਰਾ ਕਰ ਰਹੇ ਹਾਂ ਤਾਂ ਇਸ ਪੁਆਇੰਟ ਨੂੰ ਅਸੀਂ M ਦੇ ਨਾਲ ਰਿਪਰਜੈਂਟ ਕਰਦੇ ਹਾਂ, ਇਸ ਪੁਆਇੰਟ ਨੂੰ A ਦੇ ਨਾਲ ਰਿਪਰਜੈਂਟ ਕਰ ਦਿੰਦੇ ਹਾਂ। ਤਾਂ ਜੋ ਇਨਸੀਡੈਂਟ ਰੇ ਦਾ ਨਾਰਮਲ ਦੇ ਨਾਲ ਐਂਗਲ ਹੈ, ਇਹ ਹੈ ਜੀ ਐਂਗਲ ਆਫ ਇਨਸੀਡੈਂਸ। ਇਹ ਇਨਸੀਡੈਂਟ ਰੇ ਹੈ ਤੇ ਇਹ ਨਾਰਮਲ ਹੈ। ਇਹ ਰਿਫਰੈਕਟਡ ਰੇ ਹੈ, ਠੀਕ ਹੈ, ਤੇ ਇਹ ਨਾਰਮਲ ਹੈ। ਤਾਂ ਰਿਫਰੈਕਟਡ ਰੇ ਦਾ ਜੋ ਨਾਰਮਲ ਦੇ ਨਾਲ ਐਂਗਲ ਹੈ ਉਹ R ਹੈ। ਇੱਥੇ ਅਸੀਂ ਸਨੈਲਸ ਲਾਅ ਤੋਂ ਸਟਾਰਟ ਕਰਾਂਗੇ ਤੇ ਇੱਕ ਫਾਰਮੂਲੇ ਤੱਕ ਪਹੁੰਚਾਂਗੇ ਜੋ ਇਹਨਾਂ ਦੇ ਰਿਫਰੈਕਟਿਵ ਇੰਡੈਕਸ ਨੂੰ ਰਿਲੇਟ ਕਰੇਗੀ ਇਮੇਜ ਦੇ ਡਿਸਟੈਂਸ ਤੇ ਆਬਜੈਕਟ ਦੇ ਡਿਸਟੈਂਸ ਨਾਲ। ਜੋ ਆਬਜੈਕਟ ਦਾ ਡਿਸਟੈਂਸ ਹੈ ਉਹ U ਹੈ, ਜਦੋਂ ਅਸੀਂ ਵੈਲਿਊ ਪੁੱਟ ਕਰਾਂਗੇ ਤਾਂ ਸਾਈਨ ਕਨਵੈਂਸ਼ਨ ਲਗਾ ਕੇ ਪੁੱਟ ਕਰਾਂਗੇ। ਜੋ ਇਮੇਜ ਦਾ ਡਿਸਟੈਂਸ ਹੈ ਉਹ V ਹੈ, ਤੇ ਜੋ ਸੈਂਟਰ ਆਫ ਕਰਵੇਚਰ ਦਾ ਡਿਸਟੈਂਸ ਹੈ ਉਹ R ਹੈ। ਤਾਂ ਅਸੀਂ ਇੱਕ ਫਾਰਮੂਲਾ ਫਾਈਂਡ ਕਰਨਾ ਚਾਹੁੰਦੇ ਹਾਂ ਜੀ U V R ਤੇ ਰਿਫਰੈਕਟਿਵ ਇੰਡੈਕਸ ਆਫ ਮੀਡੀਅਮ ਦੇ ਵਿੱਚ, ਠੀਕ ਹੈ, ਤਾਂ ਕਿ ਅਸੀਂ ਲੈਂਸ ਤੱਕ ਇਸ ਕਨਸੈਪਟ ਨੂੰ ਲੈ ਕੇ ਜਾਈਏ। ਕਿਉਂਕਿ ਅਸੀਂ ਲੈਂਸ ਬਹੁਤ ਜ਼ਿਆਦਾ ਯੂਜ਼ ਕਰ ਰਹੇ ਹਾਂ ਨਾ, ਦੇਖੋ ਹਰ ਜਗ੍ਹਾ 'ਤੇ ਲੈਂਸ ਯੂਜ਼ ਹੁੰਦੇ ਆ, ਸਪੈਕਸ ਦੇ ਵਿੱਚ ਲੈਂਸ ਯੂਜ਼ ਹੁੰਦੇ ਆ, ਮਾਈਕਰੋਸਕੋਪ 'ਚ ਲੈਂਸ ਯੂਜ਼ ਹੁੰਦੇ ਆ, ਟੈਲੀਸਕੋਪ 'ਚ ਲੈਂਸ ਯੂਜ਼ ਹੁੰਦੇ ਆ, ਅਤੇ ਲੈਂਸ ਦਾ ਬਹੁਤ ਜ਼ਿਆਦਾ ਯੂਜ਼ ਹੈ, ਠੀਕ ਹੈ। ਤਾਂ ਅਸੀਂ ਉਸ ਚੀਜ਼ ਨੂੰ ਸਮਝਣ ਲਈ ਅਸੀਂ ਪਹਿਲਾਂ ਇਹਨਾਂ ਨੂੰ ਕਲੀਅਰ ਕਰ ਰਹੇ ਹਾਂ, ਕਿਉਂਕਿ ਇਹ ਇੱਕ ਲੈਂਸ ਦਾ ਪਾਰਟ ਬਣ ਰਿਹਾ। ਇਹ ਫਸਟ ਪੋਰਸ਼ਨ ਹੈ ਕਿ ਲੈਂਸ ਦੇ ਵਿੱਚ ਰੇ ਐਂਟਰ ਕਰ ਰਹੀ ਹੈ, ਠੀਕ ਹੈ। ਫਿਰ ਦੂਸਰਾ ਪੋਰਸ਼ਨ ਜਦੋਂ ਅਸੀਂ ਇਸ ਨੂੰ ਕੱਟ ਆਊਟ ਕਰ ਦਾਂਗੇ ਤਾਂ ਕੰਪਲੀਟ ਲੈਂਸ ਸਾਡੇ ਕੋਲ ਮਿਲ ਜਾਏਗਾ, ਤਾਂ ਫਿਰ ਰੇ ਫਿਰ ਡੈਂਸਰ ਟੂ ਰੇਅਰ ਜਾਏਗੀ, ਉਹ ਅਸੀਂ ਬਾਅਦ ਵਿੱਚ ਗੱਲ ਸਮਝਾਂਗੇ ਜੀ। ਤਾਂ ਯੂਜ਼ਿੰਗ ਸਨੈਲਸ ਲਾਅ, ਤਾਂ ਅਸੀਂ ਇਹਨਾਂ ਦੋਨਾਂ ਮੀਡੀਅਸ 'ਤੇ ਇੰਸੀਡੈਂਟ ਅਤੇ ਰਿਫਰੈਕਟਡ ਰੇ 'ਤੇ ਸਨੈਲਸ ਲਾਅ ਯੂਜ਼ ਕਰਦੇ ਹਾਂ। ਤਾਂ ਸਨੈਲਸ ਲਾਅ ਯੂਜ਼ ਕਰਕੇ ਕੀ ਹੋਏਗਾ ਜੀ, ਦੇਖੋ ਸਨੈਲਸ ਲਾਅ ਕੀ ਕਹਿੰਦਾ ਜੀ, ਰਿਫਰੈਕਟਿਵ ਇੰਡੈਕਸ ਨੂੰ N1 ਨੂੰ ਮਲਟੀਪਲਾਈ ਕਰ ਦਿਓ ਸਾਈਨ ਆਫ ਐਂਗਲ ਆਫ ਇੰਸੀਡੈਂਸ, ਤਾਂ ਇਹ ਕਿਸ ਦੇ ਇਕੁਅਲ ਹੋਏਗਾ, ਦੂਸਰੇ ਮੀਡੀਅਮ ਦਾ ਰਿਫਰੈਕਟਿਵ ਇੰਡੈਕਸ N2 ਅਤੇ ਸਾਈਨ ਆਫ ਐਂਗਲ ਆਫ ਰਿਫਰੈਕਸ਼ਨ। ਅਤੇ ਇੱਥੇ ਸਭ ਤੋਂ ਪਹਿਲਾਂ ਅਸੀਂ ਅਜ਼ੰਪਸ਼ਨ ਯੂਜ਼ ਕਰਾਂਗੇ ਕਿ ਇਹ ਜੋ ਐਂਗਲਸ ਹੈ ਇਹ ਵੀ ਸਮਾਲ ਹੈ, ਸਾਈਨ I ਅਤੇ ਸਾਈਨ R। ਤਾਂ ਸਮਾਲ ਐਂਗਲਸ ਦੇ ਲਈ ਅਸੀਂ ਸਾਈਨ I ਇਜ਼ ਅਪਰੋਕਸੀਮੇਟਲੀ I ਲਿਖਾਂਗੇ ਅਤੇ ਸਾਈਨ R ਇਜ਼ ਅਪਰੋਕਸੀਮੇਟਲੀ ਇਕੁਅਲ ਟੂ R। ਸਮਾਲ ਐਂਗਲ ਲਈ ਇਹ ਅਜ਼ੰਪਸ਼ਨ ਅਸੀਂ ਯੂਜ਼ ਕਰਦੇ ਹਾਂ ਕਿ ਸਾਈਨ ਥੀਟਾ ਇਜ਼ ਅਪਰੋਕਸੀਮੇਟਲੀ ਇਕੁਅਲ ਟੂ ਥੀਟਾ, ਠੀਕ ਹੈ, ਫॉर ਸਮਾਲ ਐਂਗਲਸ। ਇਹ ਬਣ ਜਾਏਗਾ ਜੀ N1 ਇੰਟੂ I ਇਜ਼ ਇਕੁਅਲ ਟੂ N2 ਇੰਟੂ R, ਠੀਕ ਹੈ। ਹੁਣ ਇਹਨਾਂ I ਅਤੇ R ਨੂੰ ਅਸੀਂ ਅਲਫਾ ਬੀਟਾ ਅਤੇ ਗਾਮਾ ਦੇ ਵਿੱਚ ਇਹਨਾਂ ਦੀਆਂ ਵੈਲਿਊਜ਼ ਪੁੱਟ ਕਰਨੀਆਂ। ਤਾਂ ਦੇਖੋ ਇਹ ਇੱਕ ਟਰਾਇੰਗਲ ਹੈ, ਆਹ ਟਰਾਇੰਗਲ ਦਿਖਾਈ ਦੇ ਰਹੀ ਹੋਏਗੀ ਤੁਹਾਨੂੰ OAC। ਤਾਂ ਇਸ ਦੀ ਇਹ ਜੋ ਲਾਈਨ ਹੈ ਇਹਦੇ ਨਾਲ ਇਹ I ਐਕਸਟੀਰੀਅਰ ਐਂਗਲ ਬਣ ਰਿਹਾ, ਬਾਹਰਲਾ ਐਂਗਲ। ਤਾਂ ਜੋ ਇਹ ਐਕਸਟੀਰੀਅਰ ਐਂਗਲ ਹੈ ਉਹ ਇਨਰ ਓਪੋਜ਼ਿਟ ਇੰਟੀਰੀਅਰ ਐਂਗਲਸ ਦੇ ਸਮ ਦੇ ਇਕੁਅਲ ਹੁੰਦਾ ਹੈ। ਤਾਂ I ਐਂਗਲ ਇਕੁਅਲ ਹੋਏਗਾ ਅਲਫਾ ਪਲੱਸ ਗਾਮਾ, ਠੀਕ ਹੈ। ਇਹ ਇੱਕ ਤਿਕੋਣ ਬਣ ਰਹੀ ਹੈ, ਜੋ ਤਿਕੋਣ ਦਾ ਬਾਹਰਲਾ ਕੋਣ ਹੈ ਉਹ ਅੰਦਰਲੇ ਸਾਹਮਣੇ ਕੋਣਾਂ ਦੇ ਸਮ ਦੇ ਬਰਾਬਰ ਹੁੰਦਾ ਹੈ, ਠੀਕ ਹੈ। ਤਾਂ I ਇਜ਼ ਇਕੁਅਲ ਟੂ ਅਲਫਾ ਪਲੱਸ ਗਾਮਾ। ਤਾਂ ਅਸੀਂ I ਦੀ ਵੈਲਿਊ ਪੁੱਟ ਕਰ ਦਿਆਂਗੇ N1 ਇੰਟੂ ਅਲਫਾ ਪਲੱਸ ਗਾਮਾ, ਠੀਕ ਹੈ ਜੀ। ਨਾਲ ਅਸੀਂ ਲਿਖ ਵੀ ਦਿੰਦੇ ਹਾਂ I ਇਜ਼ ਇਕੁਅਲ ਟੂ ਅਲਫਾ ਪਲੱਸ ਗਾਮਾ, ਠੀਕ ਹੈ, ਇਜ਼ ਇਕੁਅਲ ਟੂ N2। ਇਸੇ ਤਰੀਕੇ ਨਾਲ ਅਸੀਂ R ਫਾਈਂਡ ਕਰਨਾ ਹੈ। ਤਾਂ ਇਹ ਟ੍ਰਾਇੰਗਲ ਤੁਹਾਨੂੰ ਦਿਖਾਈ ਦੇ ਰਹੀ ਹੈ ਜੀ, ਅਤੇ ਇਸ ਦੀ ਇਹ ਸਾਈਡ ਨੂੰ ਅਸੀਂ ਐਕਸਟੈਂਡ ਕੀਤਾ ਅਤੇ ਗਾਮਾ ਐਕਸਟੀਰੀਅਰ ਐਂਗਲ ਹੈ। ਤਾਂ ਗਾਮਾ ਕਿਸ ਦੇ ਇਕੁਅਲ ਹੋ ਜਾਏਗਾ, ਗਾਮਾ ਇਜ਼ ਇਕੁਅਲ ਟੂ R ਪਲੱਸ ਬੀਟਾ। ਸਿਮਿਲਰਲੀ ਇਹ ਦੋਨੋਂ ਇੰਟੀਰੀਅਰ ਐਂਗਲ ਹੈ, ਇਹਨਾਂ ਦੋਨੋਂ ਦਾ ਅਸੀਂ ਸਮ ਕਰ ਰਹੇ ਹਾਂ, ਠੀਕ ਹੈ। ਅੰਦਰਲੇ ਓਪੋਜ਼ਿਟ ਐਂਗਲ ਜੋ ਇਸ ਦੇ ਸਾਹਮਣੇ ਵਾਲੇ ਐਂਗਲ ਹੁੰਦੇ ਆ। ਤਾਂ ਗਾਮਾ ਇਜ਼ ਇਕੁਅਲ ਟੂ R ਪਲੱਸ ਬੀਟਾ, ਬਟ ਅਸੀਂ R ਫਾਈਂਡ ਕਰਨਾ ਹੈ। ਇੱਥੇ ਅਸੀਂ R ਦੀ ਵੈਲਿਊ ਪੁੱਟ ਕਰਨੀ ਹੈ, ਗਾਮਾ ਦੀ ਨਹੀਂ ਕਰਨੀ, ਇਹ ਧਿਆਨ ਰੱਖਣਾ ਹੈ। ਤਾਂ R ਇਜ਼ ਇਕੁਅਲ ਟੂ ਗਾਮਾ ਮਾਈਨਸ ਬੀਟਾ, ਠੀਕ ਹੈ ਜੀ। ਹੁਣ ਇਹਨਾਂ ਅਲਫਾ ਬੀਟਾ ਅਤੇ ਗਾਮਾ ਦੀਆਂ ਵੈਲਿਊਜ਼ ਅਸੀਂ
ਇੱਥੋਂ ਫਾइंड ਕਰਨੀ ਹੈ ਜੀ ਇਹਨਾਂ ਟ੍ਰਾਇੰਗਲਸ ਤੋਂ। ਅਸੀਂ ਇਹ ਕਹਿ ਰਹੇ ਸੀ ਕਿ ਅਲਫਾ ਸਮੋਲ ਹੈ, ਤੇ ਜੇ ਅਲਫਾ ਸਮੋਲ ਹੈ ਤਾਂ ਅਲਫਾ ਬੀਟਾ ਗਾਮਾ ਨੂੰ ਅਸੀਂ ਟੈਨ ਅਲਫਾ ਟੈਨ ਬੀਟਾ ਟੈਨ ਗਾਮਾ ਲਿਖ ਸਕਦੇ ਹਾਂ, ਕਿਉਂਕਿ ਜਦੋਂ ਐਂਗਲ ਸਮੋਲ ਹੁੰਦੇ ਆ ਮੈਥਮੈਟਿਕਸ ਦੇ ਵਿੱਚ ਇੱਕ ਰੂਲ ਹੁੰਦਾ ਹੈ ਕਿ ਸਾਈਨ ਥੀਟਾ ਇਜ਼ ਅਪਰੋਕਸੀਮੇਟਲੀ ਇਕੁਅਲ ਟੂ ਥੀਟਾ ਜਾਂ ਥੀਟਾ ਇਜ਼ ਇਕੁਅਲ ਟੂ ਅਪਰੋਕਸੀਮੇਟਲੀ ਇਕੁਅਲ ਟੂ ਟੈਨ ਥੀਟਾ। ਇਹਨਾਂ ਸਾਰਿਆਂ ਦੀਆਂ ਵੈਲਿਊਜ਼ ਅਪਰੋਕਸੀਮੇਟਲੀ ਸੇਮ ਹੁੰਦੀਆਂ, ਤੇ ਇਸ ਨੂੰ ਅਸੀਂ ਟੈਨ ਥੀਟਾ ਲਿਖ ਦਿੰਦੇ ਹਾਂ ਜੀ। ਹੋ ਜਾਏਗਾ n1 ਇੰਟੂ, ਇਸ ਨੂੰ ਅਸੀਂ ਲਿਖ ਦਿੰਦੇ ਹਾਂ ਜੀ ਟੈਨ ਅਲਫਾ ਪਲੱਸ ਟੈਨ ਗਾਮਾ इज़ इक्वल टू n2 इंटू टैन गामा माइनस टैन बीटा फॉर स्मॉल एंगल्स। फिर असी असम्पशन यूज़ कर रहे हैं, तो इन्हां दी वैल्यूज़ असी पुट करते हैं जी। टैन अल्फा डायग्राम दे विचों अल्फा टैन अल्फा होएगा जी परपेंडिकुलर AM ओवर बेस MO, ठीक है। इसनों असीं MO लिखांगे क्योंकि M पॉइंट बहुत क्लोज है P दे, तो बाद विच असीं इहनूं P दे विच ही लैके आना है। क्लीयर है। तो टैन अल्फा नूं असीं लिखांगे जी AM डिवाइडेड बाय MO प्लस टैन गामा, तो गामा इस ट्रायंगल तो फाइंड होएगा, तो टैन गामा होएगा जी परपेंडिकुलर AM ओवर बेस MC, तो AM ओवर MC इज़ इक्वल टू N2 फिर टैन गामा, फिर वही वैल्यू जी जी असीं इत्थे पुट कीती है AM ओवर MC, ठीक है, माइनस टैन बीटा, तो बीटा इस ट्रायंगल तो फाइंड होएगा जी, राइट एंगल ट्रायंगल तो। सारे दे देखो परपेंडिकुलर AM ही आ रहा, कॉमन आ रहा जी, तो कट्टे जाएगा AM डिवाइडेड बाय बेस MI, तो टैन थीटा का परपेंडिकुलर ओवर बेस ही आना है जी। हुण सारे दे देखो AM कॉमन है, तो AM बाहर आके कट्टिया जाएगा, ठीक है। बाकी रह जाएगा जी MO MC तो MI। हुण इहदे विच एक होर अप्रोक्सीमेशन यूज़ करते हैं कि असीं ये कहा कि ऑल द डिस्टेंसिस आर मेजर्ड फ्रॉम पोल, तो P तो M पॉइंट क्लोज है, तो जिथे MO है असीं उसनूं PO लिखांगे, जिथे MC है उसनूं PC लिखांगे, तो जिथे MI है उसनूं PI लिखांगे, ठीक है। मीनस ऑल द डिस्टेंसिस आर मेजर्ड फ्रॉम पोल, ठीक है। AM तो पहले कट्टिया गया जी सारिਆਂ चों, तो जे पोल तो मेजर होणगे तो MO किंदे इक्वल हो जाएगा अप्रोक्सीमेटली PO दे, MC किंदे इक्वल हो जाएगा जी PC दे, तो MI किंदे इक्वल हो जाएगा PI दे, ठीक है। डायग्राम तो दिखाई दे रहा होएगा MI इज़ इक्वल टू PI बनेगा, ये बनेगा जी N1 1/PO प्लस 1/PC इज़ इक्वल टू N2 1/PC माइनस 1/PI, ठीक है जी। हुण इसनूं सॉल्व कर लो, PC वाली टर्म्स एक साइड ते कर लो, PO तो PI इस साइड ते ले आओ। N1/PO प्लस N1/PC इज़ इक्वल टू N2/PC माइनस N2/PI। तो मैं PC वाली टर्म्स एक साइड पर कर रहा, इधर चला जाएगा, ये इधर आ जाएगा, ये बन जाएगा जी N1/PO, इधर आ जाएगा जी N2/PI इज़ इक्वल टू N2/PC, ये माइनस हो जाएगा उधर जाके माइनस N1/PC। हुण असीं PO PI PC दी वैल्यू साइन कन्वेंशनस लगा के पुट करनी है। डायग्राम दे विच देखो PO, तो PO किस दे इक्वल है जी, नाउ PO इज़ इक्वल टू माइनस U, क्योंकि लाइट इस डायरैक्शन दे विच इंसीडेंट कर रही है, असीं डिस्टेंस इस डायरैक्शन दे विच मेजर कर रहे हैं ओपोज टू लाइट, तो PI ये हो जाएगा जी प्लस V, तो PC किस दे इक्वल हो जाएगा प्लस R। तो ये वैल्यू सारियां असीं इहदे विच पुट कर देंगे, तो की बनेगा जी N1 माइनस U प्लस N2/V इज़ इक्वल टू N2 माइनस N1, ये दोनों के विचों PC कॉमन ले लेंगे, तो PC की वैल्यू असीं पुट कर देंगे जी R। तो ये साडा फाइनल फॉर्मूला बन जाएगा, जो रिफ्रैक्टिव इंडैक्स दोनों मीडियाज़ दे N1 ते N2, ऑब्जेक्ट डिस्टेंस U, इमेज डिस्टेंस V ते रेडियस ऑफ करवेचर नूं रिलेट कर रहे हैं, ठीक है जी। तो ये बहुत ही इंपॉर्टेंट फॉर्मूला है, इसनूं असीं याद रखना है जी, ठीक है। तो इसनूं मैं नंबर 1 दे देना जी, तो वेरी वेरी इंपॉर्टेंट। तो इस फॉर्मूले नूं अगे जाके असीं एक लेंस मेकर फॉर्मूला ड्राइव करांगे, उहदे विच भी यूज़ करांगे। गल समझ लग गई जी। इहदे विच रे देखो जा रही सीगी फ्रॉम द रेयर टू डेंसर मीडियम, कि ऑब्जेक्ट नूं असीं रेयर दे विच प्लेस कीता है, ठीक है। जे साडा ऑब्जेक्ट डेंसर मीडियम दे विच प्लेस होवे, तो हुण असीं डेंसर टू रेयर डिस्कस करते हैं, ठीक है। तो इहदे विच ना असीं वर्चुअल इमेज भी कर सकते हैं। देखो जी असीं
देखो ऑब्जेक्ट ਨੂੰ थोड़ा नज़दीक प्लेस कर दईए कि रे इन्नी बैंड ही ना होवे तो फिर उसकी वर्चुअल इमेज फॉर्म होंदी है। वर्चुअल इमेज सेम साइड ते फॉर्म होंदी है तो जो असीं उहदे लई ड्राइव करते हैं ना तो फॉर्मूला सेम बनता है। ठीक है, तो रेयर टू डेंसर मीडियम तुसी कन्वैक्स सरफेस लो या कॉनकेव लो, इमेज रियल बने वर्चुअल बने, फॉर्मूला सेम है। ठीक है, तो रेयर टू डेंसर मीडियम का यह फॉर्मूला बनता है कि जो ऑब्जेक्ट रेयर दे विच होवे तो इमेज उसकी डेंसर दे विच डेंसर मीडियम ते स्ट्राइक कर रही होवे रेज दी जाके इंटरफेस से, तो यही फॉर्मूला बनेगा जी। ठीक है, हुण ये डेंसर मीडियम है। ठीक है, डेंसर मीडियम का रिफ्रैक्टिव इंडैक्स असी हमेशा ही N2 लेने आ तो इसनों असी N2 लै रहे हैं। तो ये रेयरड मीडियम है जी, एयर है, इसनों असी N1 लै रहे हैं। ऑब्जेक्ट नूं प्लेस कर रहे हैं इन द डेंसर मीडियम। ठीक है, तो जो ऑब्जेक्ट तो एक रे जी जाएगी वो स्ट्रेट जाएगी तो वो स्ट्रेट पास कर जाएगी, वो डेविएट नहीं बेंड नहीं होएगी। तो दूसरी रे जी है उसनों असी स्ट्राइक करांगे एट द स्फेरिकल रिफ्रैक्टिंग सरफेस किसी भी जगह पे। तो इस जगह पे नॉर्मल ड्रॉ करांगे। तो पहले नॉर्मल ड्रॉ करते हैं जी, जो सी चो पास करेगा इसनों असी CN नाम दे दें। देखो तो ये रे जी है ना इस पासे जानी चाहिए सी, देखो जो मीडियम चेंज नहीं होंदा तो हुणे अवे फ्रॉम द नॉर्मल बेंड हो जाएगी। तो इसकी इमेज जो है वो रेयरड मीडियम के फॉर्म होएगी, ये आई है। इसनों असी तां ही डेंसर टू रेयरड मीडियम कहा जी, जो रे जी वो डेंसर टू रेयरड मीडियम जा रही है। ठीक है, तो इसी तरह ही इसके असी एंगल शो करते हैं। ये इंसीडेंट रे है तो इसका नॉर्मल दे नाल जो एंगल है इट इज़ I। ठीक है, जो रिफ्रैक्टेड रे है उसका जो नॉर्मल दे नाल एंगल है वो R है। ऑब्जेक्ट तो जो रे जा रही है वो प्रिंसीपल एंगल दे नाल अल्फा एंगल बनाती है, इमेज बीटा एंगल बना रहा है। ठीक है, तो जो C का एंगल है वो गामा के नाल असीं रिप्रजेंट करते हैं। इत्थे एक पॉइंट A अज्यूम करते हैं, इनके तो परपेंडिकुलर ड्रॉ करते हैं ताकि असीं फिर उस तरीके नाल राइट एंगल ट्रायंगल लै सकीए। ठीक है, तो इनू स्टडी कर सकीए। असीं इसनूं थोड़ा शॉर्ट च करांगे। देखो हुण पहलां तुसीं कर चुके हो ना, हुण है जी यूजिंग स्नैल्स लॉ। ठीक है, हुण सारियां चीज़ां तुसीं अपने आप समझणियां जी। तो स्नैल्स लॉ यूज़ करांगे तो N2 इंटू साइन I, N2 इंटू साइन I इज़ इक्वल टू N1 इंटू साइन R। तो फॉर स्मॉल एंगल्स N2 इंटू I इज़ इक्वल टू N1 इंटू R। ठीक है, उस तरह ही असीं I ते R दी वैल्यूज़ इन टर्म्स ऑफ अल्फा बीटा ते गामा फाइंड करांगे। देखो जी असीं इस ट्रायंगल नूं देखीए तो इनका आउटर एंगल गामा लईए तो गामा इज़ इक्वल टू अल्फा प्लस I है। ठीक है, नाउ गामा इज़ इक्वल टू अल्फा प्लस I। आई किस दे इक्वल हो जाएगा जी, गामा माइनस अल्फा। आई इज़ इक्वल टू गामा माइनस अल्फा। तो असीं आई की वैल्यू पुट कर देंगे N2 इंटू गामा माइनस अल्फा। ठीक है, इस तरह ही असीं R फाइंड करना है। तो R जे इस ट्रायंगल नूं लईए जी हो जाएगा जी गामा प्लस बीटा, गामा प्लस बीटा। ठीक है, इस तरह ही असीं इनू टैन दे विच पुट कर देंगे जी। तो N2 इंटू टैन गामा माइनस टैन अल्फा इज़ इक्वल टू N1 इंटू टैन गामा प्लस टैन बीटा। तो इन्दियां वैल्यूज़ पुट करांगे। ठीक है, तो देखो टैन गामा की वैल्यू तो N2 इंटू टैन गामा, गामा की वैल्यू होएगी जी इस ट्रायंगल तो AM/MC माइनस टैन अल्फा की वैल्यू होएगी जी इस ट्रायंगल तो AM/MO इज़ इक्वल टू N1। टैन गामा की वैल्यू फिर वही जी इत्थे पुट की है AM/MC प्लस टैन बीटा की वैल्यू असीं पुट करनी है जी इस ट्रायंगल तो आएगी जी AMI तो टैन बीटा होएगा AM/MI। ठीक है, AM सारे चों कॉमन कैंसल हो जाएगा। तो सारे डिस्टेंस असीं कित्थों मेजर करने हैं, पोल तो जिथे M पॉइंट है उन्होंने असीं P दे क्लोज लै लैंदे, M की जगह ते असीं P लिख दिंदे आ। ठीक है, तो ये बनेगा जी N2 इंटू 1/PC माइनस 1/PO इज़ इक्वल टू N1 1/MC प्लस 1/MI P हो जाएगा जी, सॉरी P चेंज हो जाएगा, M की जगह पे P आ जाएगा, PC हो जाएगा।
सी वाले टर्म्स ਅਸੀਂ ਇੱਕ ਸਾਈਡ ਤੇ ਕਰ ਲਾਂਗੇ ਤਾਂ ਇਹ ਬਣ ਜਾਏਗਾ N2/PC माइनस N2/PO इज इक्वल टू N1/PC प्लस N1/PI माइनस N2/PO, ठीक है। फिर माइनस N1/PI इज इक्वल टू N1/PC माइनस N2/PC, ठीक है। PO की वैल्यू डायग्राम दे विच देखो PO तो PO होएगा माइनस U, तो U है ये V है जी, ये R है, ठीक है। तो PO की वैल्यू होएगी जी माइनस U, PI की वैल्यू होएगी जी प्लस V, तो PC की वैल्यू होएगी माइनस R यूजिंग साइन कन्वेंशनस। तो असीं वैल्यूज़ पुट करते हैं माइनस N2/माइनस U माइनस N1/V, इन्होंने दोनों चो PC कॉमन आ जाएगा N1 माइनस N2/PC की वैल्यू माइनस R, ठीक है जी। तो ये माइनस नाल माइनस कैंसल हो जाएगा, ठीक है। तो इसमें असीं लिख सकते हैं N2/U माइनस N1/V इज इक्वल टू ए माइनस नूं तुसीं उपर लै जाओगे तो साइन चेंज हो जाएंगे जी, N2 माइनस N1 हो जाएगा N2 माइनस N1/R, ठीक है जी। तो ये फॉर्मूला बन गया जी। हुण इन्हां दोनों फॉर्मूलेज नूं असीं इन्हां नूं नंबर 2 दे दिंदे आ। इन्हां तो कुछ इंपॉर्टेंट कंक्लूजन कढ़ते हैं। देखो इन्हां दोनों फॉर्मूलेज नूं रिलेट करके असीं देखो एक फॉर्मूले तो दूसरा फॉर्मूला किवें बनेगा ये भी असीं समझते हैं जी, ठीक है। देखो जी रिफ्रैक्शन फ्रॉम रेयर टू डेंसर मीडियम है एट सफेरिकल रिफ्रैक्टिंग सरफेस। वो सफेरिकल रिफ्रैक्टिंग सरफेस भावें जी कॉन्वैक्स है या कॉनकेव है, ठीक है। इमेज फॉर्म्ड रियल है और वर्चुअल है, जो मर्जी केस होवे जी, जिस तरह का मर्जी होवे, ठीक है। सफेरिकल सरफेस कॉन्वैक्स होवे या कॉनकेव होवे तो जो असीं पहला फॉर्मूला फाइंड किया है जी N1/-U प्लस N2/V इज इक्वल टू N2 माइनस N1/R होएगा जी। तो यह रिलेशन तुसीं याद रखना है कि जो तुसीं रेयर टू डेंसर रे स्ट्राइक कर रहे हो, ऑब्जेक्ट रेयर दे विच पिया, ठीक है। तो ये रेयर टू डेंसर दे नाल तुसीं याद रखना है कि जो ऑब्जेक्ट रेयर दे विच पिया रे स्ट्राइक कर रही है फ्रॉम रेयर टू डेंसर, तो दिस इज़ इंपॉर्टेंट, ठीक है। तो सफेरिकल रिफ्रैक्टिंग सरफेस कोई भी होवे, कन्वैक्स होवे या कॉनकेव होवे, इमेज फॉर्म्ड रियल होवे या वर्चुअल होवे, ठीक है। हुण असीं कर रहे हैं जी जे रिफ्रैक्शन होवे जी फ्रॉम डेंसर टू रेयर कि रे डेंसर मीडियम दे विच ऑब्जेक्ट पिया उहदे तो रेयर मीडियम दे इंटरफेस ते स्ट्राइक कर रही है, तो कॉन्वैक्स या कॉनकेव सफेरिकल रिफ्रैक्टिंग सरफेस कोई भी होवे, ठीक है। तो इमेज फॉर्म्ड रियल होवे या वर्चुअल होवे, ठीक है। तुसीं ये याद रखना है जी डेंसर टू रेयर है, जिस तरह असीं सैकेंड केस किया है तो उहदे विच जो फॉर्मूला बन रहा जी साडे कोले वो बन रहा जी N2/U माइनस N1/V इज इक्वल टू N2 माइनस N1/R, ठीक है। हुण जे असीं इस फॉर्मूले दे विचों एक माइनस साइन कॉमन लै लईए तो ये बन जाएगा माइनस N2/U प्लस N1/V, ठीक है। इहदे विचों जे माइनस उही कॉमन लईए तो N1 माइनस N2/R, तो असीं इस तरह भी लिख सकते हैं। सेम चीज़ है ना। देखो हुण तुसीं इस फॉर्मूले नूं तो इस फॉर्मूले नूं देखो जी, ठीक है। ये फॉर्मूला तुसीं यूज़ कर सकते हो। तो जो तुसीं इनू याद रखना है तो देखो N1 N2 दे विच रिप्लेस हो रहा है, तो N1 की जगह तो N2 आ रहा है, N2 की जगह तो N1 आ रहा है, N2 माइनस N1 तो N1 माइनस N2। तो असीं इस तरीके नाल इसनूं याद रख सकते हैं। तुसीं जिवें मर्जी याद रख लो जी, जे तुसीं एक फॉर्मूला याद रख लिया तो दूजा तुसीं अपने आप बना सकते हो, ठीक है। तो ये सी जी रिफ्रैक्शन एट सफेरिकल रिफ्रैक्टिंग सरफेसिस। तुसीं इसदे होर केस भी ट्राई कर सकते हो, जिस तरह कि असीं कॉन्वैक्स दा कीता तुसीं कॉनकेव दा कर सकते हो, इमेज फॉर्म्ड असीं रियल कीती है तुसीं वर्चुअल भी कर सकते हो, ठीक है। तो तुसीं ये चैक कर सकते हो कि ये फॉर्मूले सेम बनते हैं जिस तरह मैं कहा जी रेयर टू डेंसर दा या डेंसर टू रेयर दा। तो नैक्सट टॉपिक दे विच असीं लैंस मेकरस फॉर्मूला करांगे। इन्हां फॉर्मूलेस नूं यूज़ करके तो असीं लैंस के कॉन्सैप्ट ते जावांगे सफेरिकल रिफ्रैक्टिंग सरफेस तो आई होप कि तुहानूं ये टॉपिक समझ लग गया होएगा। सो ऑल द बेस्ट, हैव अ नाइस डे।